श्री वाहिगुरु जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद चक्र चहन अर बरन जात अर पात नहन जेहे रूप रंग अर रेख एक को कह न सकत केहे अचल मूरत अनभउ प्रकाश अमितोज कहजै कोट इंद्र इंद्राण साहे सहान गणजै तरे भवन महीप सुर नर असुर नेत नेत बान तृण कहत तव सर्ब नाम कथय कवन कर्म नाम बरनत सुमत जोत रूप हर आप गुरु नानक कहायो ताते अंगद भयो तत स्यों तत मिलायो अंगद कृपा धार अमर सतगुर थिर कियो अमरदास अमृत छतर गुर राम दियो रामदास दर्शन परस कह मथुरा अमृत बयान मूरत पंच प्रमाण पुरख गुर अर्जन पिखो नयन जब लो नहीं भाग लिलार उदय तब लो भ्रमते फिरते बहुत आयो कल घोर समुंदर में बूढ़त थे कब हूँ मिट है नहीं रे पछतायो तत् विचार यह मथुरा जग तारन को अवतार बनायो जपयो जन अर्जन देव गुरु फिर संकट जोन गर्भ ना आयो हम अवगुण परे एक गुण नाही अमृत छाड़ बिख बिख खाई माया मोह परम पै भूले सुत दारा स्यों प्रीत एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास राखो सकहो टल गुर सेविय अहनस सहज दर्शन परसे गुरु का जन्म मरण दुख जाए सिफत खसमदि नूर अरसह कुरसो चटिया तुद डिठे सच्चे पातशाह मल जन्म जन्म दे कटिया सजन सच्चा पातशाह
ਸਿਰ ਸਾਹਾਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇਹ। ਜਿਨ ਕੀਤੇ ਤਿਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ। ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇਹ। ਜਿਨ ਕੀਤੇ ਤਿਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ। ਮਹੱਲਾ ਪੰਜਵਾ। ਘਟ ਵਸਹਿ ਚਰਨਾਰ ਬਿੰਦ ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹਿ ਕਉ ਪਾਲ। ਪੌੜੀ। ਆਪੇ 68 ਤੀਰਥ ਕਰਤਾ ਆਪ ਕਰੇ ਇਸ਼ਨਾਨ। ਆਪੇ ਸੰਜਮ ਵਰਤੈ ਸੁਆਮੀ ਆਪ ਜਪਾਏ ਨਾਮ। ਆਪ ਦਇਆਲ ਹੋਏ ਭਉ ਖੰਡਨ ਆਪ ਕਰੈ ਸਭ ਦਾਨ। ਜਿਸਨੋ ਗੁਰਮੁਖ ਆਪ ਬੁਝਾਏ ਸੋ ਸਾਧਹੀ ਦਰਗਹ ਪਾਏ ਮਾਨ। ਜਿਸ ਦੇ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ। ਜਿਸਨੂੰ ਗੁਰਮੁਖ ਆਪ ਬੁਝਾਏ ਸੋ ਸਾਧੇ ਦਰਗਹ ਪਾਏ ਮਾਨ। ਜਿਸ ਦੇ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਵਿਰਾਗ ਤਿਆਗ ਅਨੁਰਾਗ ਦੀ ਮੂਰਤ। ਮਿਹਰਬਾਨ ਜਗਤ ਸਾਈਂ ਰਿੱਧੀਆਂ ਸਿੱਧੀਆਂ ਨਿਧੀਆਂ ਦੇ ਦਾਤੇ ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਕੀਮਤੀ ਸਮਾਂ ਸਵਾਸ
ਸਤਿਗੁਰੂ ਜੀ ਦੀ ਸੰਗਤ ਵਿੱਚ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਸੁਣ ਰਹੇ ਹੋ, ਪੜ੍ਹ ਰਹੇ ਹੋ, ਵਿਚਾਰ ਰਹੇ ਹੋ। ਇਹੀ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਹੈ। ਗੁਰਸਿੱਖ ਦਾ ਜਨਮ ਹੀ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਹੋਇਆ ਹੈ। ਜਿਹੜਾ ਗੁਰਸਿੱਖਾਂ ਦੇ ਘਰੇ ਜਨਮ ਲੈ ਕੇ ਗੁਰਬਾਣੀ ਨਹੀਂ ਪੜ੍ਹਦਾ, ਨਹੀਂ ਸੁਣਦਾ, ਉਹਦਾ ਜਨਮ ਲੈਣਾ ਹੀ ਇਸ ਮਾਤ ਲੋਕ ਦੀ ਧਰਤੀ ਤੇ ਨਿਰਾਰਥ ਹੈ, ਨਿਸ਼ਫਲ ਹੈ। ਮਹਾਰਾਜ ਜੀ ਕਹਿੰਦੇ, ਭਾਈ ਇਸ ਸੰਸਾਰ ਦੇ ਵਿੱਚ ਅਸੀਂ ਆਏ ਹੀ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਹਾਂ। ਆਇਓ ਪੜ੍ਹਨ ਸੁਣਨ ਕੋ ਬਾਣੀ। ਗੁਰਬਾਣੀ ਪੜ੍ਹਨ ਸੁਣਨ ਵਾਸਤੇ ਹੀ ਸਾਡਾ ਜਨਮ ਹੋਇਆ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਆਪਣੀ ਪਵਿੱਤਰ ਪਾਵਨ ਬਾਣੀ ਪੜ੍ਹਨ ਦਾ, ਸੁਣਨ ਦਾ ਬਲ ਬਖਸ਼ਿਸ਼ ਕਰਨ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਸਤਿਗੁਰੂ ਜੀ ਨੇ ਬਿਹਾਗੜੇ ਦੀ ਵਾਰ ਚੋਂ ਸਾਨੂੰ ਬਖਸ਼ਿਸ਼ ਕੀਤੇ ਹਨ। ਇਹ ਵਾਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਸ਼ਲੋਕ ਪੰਜਵੇਂ ਪਾਤਸ਼ਾਹ ਉਚਾਰ ਰਹੇ ਨੇ ਔਰ ਪੌੜੀ ਚੌਥੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰ ਸ਼ਬਦ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਹਰ ਨਾਮ ਨਾ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇਹ। ਸ਼ਲੋਕ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਹਰ ਨਾਮ ਨਾ ਸਿਮਰਹਿ ਸਾਧ ਸੰਗ। ਜਿਹੜੇ ਸਾਧ ਸੰਗਤ ਵਿੱਚ ਆ ਕੇ ਹਰੀ ਦਾ ਨਾਮ ਨਹੀਂ ਸਿਮਰਦੇ, ਹਰੀ ਦੇ ਨਾਮ ਦਾ ਭਜਨ ਨਹੀਂ ਕਰਦੇ, ਇਹ ਜਿੰਨੇ ਦੁੱਖ ਨੇ, ਅਵਿਦਿਆ ਹੈ, ਵਿਕਾਰ ਨੇ, ਹਰੀ ਦੇ ਨਾਮ ਤੋਂ ਬਿਨਾਂ ਹੀ ਮਨੁੱਖ ਨੂੰ ਸਤਾਉਂਦੇ। ਨਾਮ ਜਪਣ ਵਾਲੇ ਗੁਰਮੁਖ ਜਦੋਂ ਨਾਮ ਦਾ ਅਭਿਆਸ ਕਰਨਾ ਪ੍ਰਾਰੰਭ ਕਰਦੇ ਹਨ, ਪ੍ਰਾਰੰਭ ਦੇ ਵਿੱਚ ਤਾਂ ਪਹਿਲਾਂ ਹੀ ਹਾਵੀ ਹੁੰਦੇ ਹੈ, ਪਰ ਜਿਵੇਂ ਜਿਵੇਂ ਨਾਮ ਦੀ ਸਾਧਨਾ ਪੱਕਦੀ ਚਲੀ ਜਾਂਦੀ ਹੈ, ਤਿਵੇਂ ਤਿਵੇਂ ਵਿਕਾਰ ਹਿਰਦੇ ਚੋਂ ਨਿਰਵਿਰਤ ਹੋਣੇ ਸ਼ੁਰੂ ਹੋ ਜਾਂਦੇ ਹਨ। ਹਰੀ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਿਹੜੇ ਸਾਧ ਸੰਗਤ ਵਿੱਚ ਆ ਕੇ ਨਹੀਂ ਜਪਦੇ, ਸੱਜਣੋ ਇਹ ਜਾਣ ਲਓ, ਤਿਨਾਂ ਦੇ ਸਰੀਰ ਦੇ ਵਿੱਚ ਵਿਕਾਰਾਂ ਦੀ ਖੇ ਉੱਡਦੀ ਫਿਰਦੀ ਹੈ। ਤੈ ਤਨ ਉੱਡੈ ਖੇ। ਸੱਜਣਾ, ਜੇ ਤੂੰ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਭਜਨ ਨਾ ਕਰੇਗਾ ਤਾਂ ਤੇਰੇ ਤਨ ਵਿੱਚ, ਤੇਰੇ ਸਰੀਰ ਦੇ ਵਿੱਚ ਵਿਕਾਰਾਂ ਦੀ ਖੇ ਉੱਡਦੀ ਫਿਰੇਗੀ, ਵਿਕਾਰਾਂ ਦੀ ਭੁੱਬਲ ਉੱਡਦੀ ਫਿਰੇਗੀ। ਕਦੇ ਕੋਈ ਵਿਕਾਰ, ਕਦੇ ਕੋਈ ਵਿਕਾਰ ਆ ਕੇ ਘੇਰਦਾ ਫਿਰੇਗਾ। ਸਾਡੀ ਜਿਹੜੀ ਮਨੋ ਸ਼ਕਤੀ ਹੈ, ਜਿਹਨੂੰ ਮਾਨਸੀ ਸ਼ਕਤੀ ਕਹਿੰਦੇ ਹੈ, ਉਹ ਸ਼ਕਤੀ ਫਿਰ ਵਿਕਾਰਾਂ ਦੇ ਵਿੱਚ ਲੱਗ ਕੇ ਖੁਆਰ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕੋਈ ਬੱਚਾ ਪੜ੍ਹ ਰਿਹਾ ਹੈ ਤੇ ਜੇ ਪੜ੍ਹਾਈ ਤੋਂ ਆਪਣਾ ਧਿਆਨ ਭਟਕਾ ਕੇ ਉਹ ਸੱਜੇ ਖੱਬੇ ਆਪਣਾ ਧਿਆਨ ਲਾ ਲੈਂਦਾ, ਕਿਤੇ ਮੋਬਾਈਲ ਵਿੱਚ ਲਾ ਲੈਂਦਾ, ਹੋਰ ਪਾਸੇ ਲਾ ਲੈਂਦਾ, ਤਾਂ ਜਿਹੜੀ ਸ਼ਕਤੀ ਉਹਦੇ ਅੰਦਰ ਦੀ ਪੜ੍ਹਾਈ ਵਾਲੇ ਪਾਸੇ ਨੂੰ ਵੱਧ ਕੇ ਉਹਨੂੰ ਲੈ ਕੇ ਜਾਣੀ ਸੀ, ਉਹਨੂੰ ਉਹ ਸ਼ਕਤੀ ਦਾ ਖੰਡਾਵ ਹੋ ਜਾਂਦਾ ਤੇ ਫਿਰ ਉਸ ਪਾਸਿਓਂ ਜ਼ੀਰੋ ਹੋਣਾ ਸ਼ੁਰੂ ਹੋ ਜਾਂਦਾ। ਇਹ ਉਦਾਹਰਣ ਹੈ ਇੱਕ ਛੋਟੀ ਜਿਹੀ ਸਮਝਣ ਲਈ। ਤਾਂ ਐਸੇ ਜੋ ਮਾਨਸੀ ਸ਼ਕਤੀ ਹੈ, ਜੋ ਪਾਰ ਬ੍ਰਹਮ ਪਰਮੇਸ਼ਰ ਨੇ ਮਨੁੱਖ ਨੂੰ ਪ੍ਰਦਾਨ ਕੀਤੀ ਹੈ, ਜਦੋਂ ਵਿਕਾਰਾਂ ਵਾਲੇ ਪਾਸੇ ਨੂੰ ਖਿੰਡਦੀ ਹੈ ਤੇ ਵਿਕਾਰਾਂ ਵਿੱਚ ਖਿੰਡੀ ਹੋਈ ਸ਼ਕਤੀ ਦੇ ਨਾਲ ਇਸ ਮਨੁੱਖ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ। ਇਹ ਪਰਮਾਰਥ ਵਾਲੇ ਪਾਸਿਓਂ ਖੁੰਝ ਕੇ ਜ਼ੀਰੋ ਹੋਣਾ ਸ਼ੁਰੂ ਹੋ ਜਾਂਦਾ, ਜਨਮ ਮਰਨ ਦੇ ਚੱਕਰਾਂ ਵਿੱਚ ਭਟਕਣਾ ਸ਼ੁਰੂ ਹੋ ਜਾਂਦਾ। ਪਰਮੇਸ਼ਰ ਦੇ ਨਾਮ ਦੇ ਸਿਮਰਨ ਦੀ ਇਹ ਬਰਕਤ ਹੈ
ਕਿ ਨਿਰੰਕਾਰ ਦੇ ਨਾਮ ਦੀ ਆਰਾਧਨਾ ਦੁਆਰਾ ਇਸ ਦੀ ਉਹ ਖਿੰਡੀ ਹੋਈ ਮਾਨਸੀ ਸ਼ਕਤੀ ਇੱਕ ਜਗ੍ਹਾ ਤੇ ਕੇਂਦਰਿਤ ਹੋਣਾ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੇ ਪ੍ਰਕਾਰ, ਬਹੁਤ ਸਾਰੇ ਤਰੀਕੇ ਵੱਖੋ ਵੱਖਰੇ ਵਿਦਵਾਨਾਂ ਵੱਲੋਂ, ਵੱਖੋ ਵੱਖਰੇ ਧਰਮ ਗ੍ਰੰਥਾਂ ਵੱਲੋਂ, ਵੱਖੋ ਵੱਖਰੇ ਮਹਾਂਪੁਰਸ਼ਾਂ ਵੱਲੋਂ, ਰਿਸ਼ੀਆਂ ਮੁਨੀਆਂ ਵੱਲੋਂ ਧਿਆਨ ਨੂੰ ਇਕਾਗਰ ਕਰਨ ਦੇ ਦੱਸੇ ਗਏ ਨੇ। ਕਈ ਤਰ੍ਹਾਂ ਦੇ ਪ੍ਰਕਾਰ ਦੱਸੇ ਜਾਂਦੇ ਕਿ ਆਪਣੇ ਮਨ ਨੂੰ ਕਿਵੇਂ ਇਕਾਗਰ ਕਰਨਾ, ਆਪਣੀ ਮਾਨਸੀ ਸ਼ਕਤੀ ਜਿਹੜੀ ਖਿੰਡੀ ਹੋਈ ਹੈ ਇਹਨੂੰ ਇੱਕ ਜਗ੍ਹਾ ਤੇ ਕੇਂਦਰਿਤ ਕਿਵੇਂ ਕਰਨਾ। ਉਹਦੇ ਲਈ ਕੋਈ ਦੀਵਾ ਬਾਲ ਕੇ ਰੱਖ ਲੈਂਦਾ, ਮੋਮਬੱਤੀ ਬਾਲ ਕੇ ਰੱਖ ਲੈਂਦਾ, ਉਹਨੂੰ ਲਗਾਤਾਰ ਨਿਰੰਤਰ ਵੇਖਦਾ। ਤਰਾਟਕ ਕਹਿੰਦੇ ਆ। ਕੋਈ ਨਟਰਾਜ ਕਰਦਾ ਹੈ, ਨਟਰਾਜ ਪੈਰਾਂ ਦੀ ਥਿਰ-ਥਿਰ ਦੇ ਨਾਲ ਨੱਚਦੇ ਹੈ ਔਰ ਨੱਚਦਿਆਂ ਨੱਚਦਿਆਂ ਆਪਣੇ ਧਿਆਨ ਨੂੰ ਕੇਂਦਰਿਤ ਕਰਨ ਦਾ ਯਤਨ ਕਰਦੇ ਆ। ਮਾਨਸੀ ਸ਼ਕਤੀ ਨੂੰ ਜਿਹੜੀ ਖਿੰਡੀ ਹੁੰਦੀ ਉਹਨੂੰ ਇਕਾਗਰ ਕਰਨ ਦਾ ਯਤਨ ਕਰਦੇ ਆ। ਕੋਈ ਕਿਸੇ ਤਰੀਕੇ, ਕੋਈ ਕਿਸੇ ਤਰੀਕੇ। ਕੋਈ ਖੂਹ ਦੇ ਕਿਨਾਰੇ ਤੇ ਬਹਿ ਜਾਂਦਾ ਕੱਚੀ ਰੱਸੀ ਦੇ ਨਾਲ ਆਪਣੇ ਆਪ ਨੂੰ ਬੰਨ੍ਹ ਕੇ, ਵੀ ਜੇ ਧਿਆਨ ਡਿੱਗੇਗਾ ਤੇ ਇੱਕਦਮ ਖੂਹ ਵਿੱਚ ਡਿੱਗਾਂਗਾ। ਕੋਈ ਨਦੀ ਦੇ ਦਰਿਆ ਦੇ ਕਿਨਾਰੇ ਬਹਿ ਜਾਂਦਾ ਪਾਣੀ ਦੇ ਨੇੜੇ, ਵੀ ਜੇ ਧਿਆਨ ਖਿੰਡੇਗਾ ਇੱਧਰ ਉੱਧਰ ਹੋਵੇਗਾ ਤੇ ਮੈਂ ਪਾਣੀ ਦੇ ਵਿੱਚ ਰੁੜ ਜਾਵਾਂਗਾ, ਨਹਿਰ 'ਚ। ਬੜੇ ਬੜੇ ਤਰੀਕੇ ਸੀ। ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸਾਡੇ ਤੇ ਤਰਸ ਕੀਤਾ। ਮਹਾਰਾਜ ਜੀ ਨੇ ਸਾਡੇ ਤੇ ਬੜੀ ਦਇਆ ਕੀਤੀ ਹੈ। ਸਾਡੀਆਂ ਮਨ ਸ਼ਕਤੀਆਂ ਜਿਹੜੀਆਂ ਖਿੰਡੀਆਂ ਹੋਈਆਂ ਨੇ ਉਹਨਾਂ ਨੂੰ ਇਕਾਗਰ ਕਰਨ ਵਾਸਤੇ ਸਾਨੂੰ ਸਿਮਰਨ ਸਾਧਨਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਨਾਮ ਸਿਮਰਨ ਦੀ ਦਾਤ ਸਾਨੂੰ ਬਖਸ਼ੀ ਕਿ ਆਏ ਗੁਰਸਿੱਖੋ, ਤੁਸੀਂ ਨਾਮ ਦੀ ਕਮਾਈ ਕਰੋ। ਨਾਮ ਜਪਣਾ ਇੱਕ ਐਸੀ ਕਲਾ ਹੈ, ਇੱਕ ਐਸੀ ਮਹਾਰਾਜ ਜੀ ਦੀ ਦਇਆ ਹੈ, ਜਦੋਂ ਜਦੋਂ ਅੰਦਰ ਵਰਤਦੀ ਹੈ ਤਿਵੇਂ ਤਿਵੇਂ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਿਹੜੇ ਨਾਮ ਨਹੀਂ ਜਪਦੇ, ਮਹਾਰਾਜ ਜੀ ਕਹਿੰਦੇ ਸੱਜਣਾ ਸੁਣ ਬਈ, ਤੇਰੇ ਅੰਦਰ ਵਿਕਾਰਾਂ ਦੀ ਖੇ ਉੱਡਦੀ ਫਿਰੇਗੀ। ਖੇ ਉੱਡਦੀ ਹੋਵੇ, ਆ ਹਵਾ ਚੱਲਦੀ ਹੈ, ਜਦੋਂ ਮਿੱਟੀ ਘੱਟਾ ਉੱਡਦਾ ਕਿ ਜੀਵਣਾ ਦੁਸ਼ਵਾਰ ਹੋ ਜਾਂਦਾ, ਅੱਖਾਂ ਨਹੀਂ ਖੁੱਲਦੀਆਂ, ਬੰਦਾ ਇੱਕ ਪਾਸੇ ਜਾ ਹੋ ਕੇ ਬਹਿ ਜਾਂਦਾ, ਸੁਖੀ ਥੋੜ੍ਹੀ ਹੁੰਦਾ। ਇਸੇ ਤਰ੍ਹਾਂ ਸੱਜਣਾ ਤੇਰੇ ਅੰਦਰ ਵੀ ਵਿਕਾਰਾਂ ਦੀ ਖੇ ਉੱਡਦੀ ਫਿਰਦੀ ਆ ਨਾਮ ਤੋਂ ਬਿਨਾਂ। ਤੇ ਜਦੋਂ ਤੱਕ ਇਹ ਵਿਕਾਰਾਂ ਦੀ ਖੇ ਤੇਰੇ ਅੰਦਰ ਉੱਡਦੀ ਫਿਰਦੀ ਆ ਉਦੋਂ ਤੱਕ ਤੂੰ ਸੁਖੀ ਨਹੀਂ ਹੋਣਾ। ਤੇਰੇ ਮਨ ਨੂੰ ਸ਼ਾਂਤੀ, ਸਕੂਨ ਤੇ ਟਿਕਾ ਪ੍ਰਾਪਤ ਨਹੀਂ ਹੋਣਾ। ਜਿਹੜੇ ਮਾਈ ਭਾਈ ਹਰੀ ਦਾ ਨਾਮ ਨਹੀਂ ਸਿਮਰਦੇ ਸਾਧ ਸੰਗਤ ਵਿੱਚ ਆ ਕੇ, ਤਿਨਾਂ ਦੇ ਸਰੀਰਾਂ ਦੇ ਵਿੱਚ ਵਿਕਾਰਾਂ ਦੀ ਖੇ ਉੱਡਦੀ ਹੈ। ਜਿਨ ਕੀਤੇ ਤਿਸੈ ਨਾ ਜਾਣੈ, ਨਾਨਕ ਫਿਟ ਆਲੂਣੀ ਦੇਹ। ਜਿਸ ਵਾਹਿਗੁਰੂ ਨੇ, ਪਰਮੇਸ਼ਰ ਨੇ ਇਸ ਦੇਹ ਨੂੰ ਸਿਰਜਿਆ, ਇਸ ਸਰੀਰ ਦੀ ਰਚਨਾ ਜਿਸ ਵਿਧਾਤੇ ਨੇ ਕੀਤੀ ਹੈ। ਸਰੀਰ ਦੀ ਰਚਨਾ ਤਾਂ ਨਿਰੰਕਾਰ ਦੇ ਹੱਥ ਦੀ ਖੇਡ ਆ, ਉਹਨੇ ਹੀ ਰਚੀ ਹੈ ਇਸ ਦੀ ਰਚਨਾ। ਕਿਤਨੀ ਦੁਰਲਭ ਕਾਇਆ ਪਰਮੇਸ਼ਰ ਨੇ ਰੰਚ ਕਰੇਤ, ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਰਕਤ ਬਿੰਦ ਕਰ ਨਿੰਮੇ ਆਗਨ ਉਦਰ ਮੰਝਾਰ। ਇਹ ਵਾਹਿਗੁਰੂ ਪਰਮੇਸ਼ਰ ਦੀ ਦੁਰਲਭ ਰਚਨਾ ਹੈ ਮਨੁੱਖੀ ਸਰੀਰ, ਮਨੁੱਖੀ ਕਾਇਆ। ਕਹਿੰਦੇ ਜਿਸ ਨੇ ਤੇਰੀ ਇਸ ਦੇਹ ਨੂੰ ਸਿਰਜਿਆ, ਜਿਸ ਨੇ ਤੇਰੇ ਇਸ ਸਰੀਰ ਨੂੰ ਸਿਰਜਿਆ, ਤੂੰ ਉਹਨੂੰ ਯਾਦ ਹੀ ਨਹੀਂ ਕਰਦਾ, ਉਹਨੂੰ ਚੇਤੇ ਹੀ ਨਹੀਂ ਕਰਦਾ। ਕਹਿੰਦੇ ਫਿਰ ਲਾਨਤ ਹੈ ਤੇਰੀ ਇਹੋ ਜਿਹੀ ਦੇਹ ਤੇ। ਨਾਨਕ ਫਿੱਟ ਅਲੂਣੀ ਦੇ, ਫਿਟਕਾਰ ਹੈ ਇਹੋ ਜਿਹੀ ਅਲੂਣੀ ਦੇ। ਅਲੂਣੀ ਮਤਲਬ ਜਿਹਦੇ 'ਚ ਕੋਈ ਰਸ ਹੀ ਨਹੀਂ ਲਿਆ ਤੂੰ ਪਰਮੇਸ਼ਰ ਦੇ ਭਜਨ ਦਾ, ਨਿਰੰਕਾਰ ਦੀ ਬੰਦਗੀ ਦਾ ਰਸ ਹੀ ਨਹੀਂ ਲਿਆ ਇਸ ਦੇਹ ਵਿੱਚ ਆ ਕੇ। ਇਤਨੀ ਦੁਰਲਭ ਦੇਹ ਪ੍ਰਾਪਤ ਕਰਕੇ ਵੀ ਤੂੰ ਵਿਕਾਰ ਹੀ ਭੋਗਦਾ ਰਿਹਾ, ਤੇ ਫਿਰ ਤੇਰੀ ਇਹੋ ਜਿਹੀ ਦੁਰਲਭ ਦੇਹ ਤੇ ਵੀ ਫਿਟਕਾਰ ਹੈ, ਲਾਹਨਤ ਹੈ। ਕੀ ਫਾਇਦਾ ਹੋਇਆ ਤੈਨੂੰ ਇਹੋ ਜਿਹੀ ਦੁਰਲਭ ਦੇਹ ਨੂੰ ਪ੍ਰਾਪਤ ਕਰਕੇ? ਉਹ ਕਹਿੰਦੇ ਕੀ ਹਾਸਲ ਹੋਇਆ? ਇੰਨਾ ਕੀਮਤੀ ਹੀਰਾ ਸੀ ਤੇਰੇ ਪਾਸ, ਤੂੰ ਕੌਡੀਆਂ ਦੇ ਭਾਅ ਗਵਾ ਦਿੱਤਾ ਮੂਰਖਾ। ਕੀ ਹਾਸਲ ਕੀਤਾ? ਇਹਦੇ ਲਈ ਇੱਕ ਪੰਡਤ ਗੁਲਾਬ ਸਿੰਘ ਜੀ ਬੜੀ ਸੁੰਦਰ ਉਦਾਹਰਣ ਦਿੰਦੇ। ਕਹਿੰਦੇ ਇੱਕ ਜ਼ਿਮੀਂਦਾਰ ਨੇ
ਕਿੱਕਰਾਂ ਦਾ ਖੇਤ ਬੀਜਿਆ, ਕਿੱਕਰ ਲਾਏ ਹੈ। ਲਾਗੇ ਉਹਦੇ ਕੋਲ ਚਿੰਤਾਮਣੀਆਂ ਦਾ ਇੱਕ ਘੜਾ ਸੀ, ਉਹ ਲੱਭ ਗਿਆ ਕਿਤੇ ਜ਼ਮੀਨ ਚੋਂ। ਉਹਨੇ ਵੇਖਿਆ ਵੀ ਇਹ ਤਾਂ ਚਿੰਤਾਮਣੀਆਂ ਨੇ ਤੇ ਘੜਾ ਭਰਿਆ ਪਿਆ। ਚਿੰਤਾਮਣੀ ਕੋਲ ਜਿਹੜੀ ਚਿਤਵਨੀ ਕਰੀਏ ਪੂਰੀ ਹੋ ਜਾਂਦੀ। ਉਹਦੇ ਹੱਥ ਵਿੱਚ ਕੁਮਾਣੀ ਸੀ, ਜਿਹਨੂੰ ਆਪਾਂ ਗੋਂਫੀਆ ਵੀ ਕਹਿ ਦਿੰਦੇ ਆ, ਗੁਲੇਲ ਵਰਗਾ। ਰੱਸੀ ਬੱਧੀ ਹੁੰਦੀ ਆ ਦੋਵਾਂ ਸਿਰਿਆਂ ਵਿੱਚ, ਵਿਚਕਾਰ ਉਹਨੂੰ ਘੁਮਾ ਕੇ ਦੂਰ ਤੱਕ ਖੇਤ ਵਿੱਚ ਕਾਵਾਂ ਨੂੰ ਉਡਾਉਂਦੇ ਆ ਜ਼ਮੀਂਦਾਰ। ਉਹ ਗੋਂਫੀਆ ਜਾਂ ਕੁਮਾਣੀ ਸਾਡੇ ਆਮ ਕਰਕੇ ਨਗਰਾਂ 'ਚ ਕਹਿ ਦਿੰਦੇ ਆ, ਉਹ ਕੁਮਾਣੀ ਉਹਦੇ ਹੱਥ ਵਿੱਚ ਸੀ। ਕਾਵਾਂ ਦੀ ਡਾਰ ਆਈ ਤੇ ਕਿੱਕਰਾਂ ਤੇ ਬਹਿ ਗਈ। ਉਹਨੇ ਵੇਖਿਆ ਵੀ ਇਹ ਕਿੱਕਰਾਂ ਤੇ ਬਹਿ ਗਈ ਆ ਕੇ ਕਾਵਾਂ ਦੀ ਡਾਰ, ਤੇ ਮੇਰੇ ਕਿੱਕਰਾਂ ਦੀ ਫਸਲ ਉਜਾੜ ਦੇਣਗੇ। ਉਹਨੇ ਕੀ ਕੀਤਾ ਵੀ ਉਹਨਾਂ ਨੂੰ ਪੱਥਰ ਸਮਝ ਕੇ, ਵੀ ਹੈ ਤਾਂ ਉਹ ਚਿੰਤਾਮਣੀਆਂ ਸੀ, ਉਹ ਪਾ ਕੇ ਗੁੰਫੀਏ ਵਿੱਚ ਜਿਉਂ ਵਗਾ ਕੇ ਮਾਰਨ ਲੱਗਾ ਤੇ ਕਾਵਾਂ ਨੂੰ ਉਡਾਉਂਦਾ ਸਾਰਾ ਘੜਾ ਖਾਲੀ ਕਰ ਲਿਆ। ਇਹ ਉਦਾਹਰਣ ਦੇ ਕੇ ਉਹ ਕਹਿੰਦੇ, ਹਾਲਾਂਕਿ ਕਿੱਕਰਾਂ ਦਾ ਕਾਵਾਂ ਨੇ ਕੀ ਉਜਾੜਨਾ, ਜਿਹੜੇ ਹੈ ਨਹੀਂ ਕਿੱਕਰ, ਉਹਨਾਂ ਤੇ ਕਿਹੜੀ ਫਸਲ ਤਬਾਹ ਹੋਣੀ ਸੀ, ਕਿਹੜੇ ਉਹਨਾਂ ਨੂੰ ਅੰਬ ਲੱਗੇ ਸੀ, ਅਮਰੂਦ ਲੱਗੇ ਸੀ, ਕਿਹੜੇ ਫਲ ਲੱਗੇ ਸੀ, ਕਿੱਕਰ ਹੀ ਸੀ ਨਾ। ਇਹ ਹਾਲਤ ਮਨੁੱਖ ਦੀ ਹੈ। ਦੁਰਲਭ ਦੇਹ ਪਰਮੇਸ਼ਰ ਨੇ ਮਨੁੱਖ ਨੂੰ ਦਿੱਤੀ ਹੈ। ਇਹਦੇ ਵਿੱਚ ਸਵਾਸਾਂ ਦੀ ਚਿੰਤਾਮਣੀ ਪਰਮੇਸ਼ਰ ਨੇ ਪਾਈ। ਚਿੰਤਾਮਣੀਆਂ, ਇੱਕ ਇੱਕ ਸਵਾਸ, ਇੱਕ ਇੱਕ ਚਿੰਤਾਮਣੀ। ਆਪਣੀ ਇਸ ਸਵਾਸ ਦੀ ਇੱਕ ਇੱਕ ਚਿੰਤਾਮਣੀ ਨਾਲ ਇਹ ਜਿਹੜੇ ਵਿਕਾਰ ਨੇ ਉਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਚਿੰਤਾਮਣੀਆਂ ਨੂੰ ਭਜਾਉਂਦਾ ਫਿਰਦਾ ਹੈ। ਸਵਾਸ ਉਸ ਪਾਸੇ ਲਾਈ ਜਾਂਦਾ। ਅਖੀਰ ਨੂੰ ਜਦੋਂ ਘੜਾ ਖਾਲੀ ਹੋ ਗਿਆ ਤੇ ਪਛਤਾਉਂਦਾ ਹੋਇਆ ਇਸ ਸੰਸਾਰ ਤੋਂ ਚਲਾ ਗਿਆ, ਹਾਸਲ ਕੁਝ ਵੀ ਨਹੀਂ ਹੋਇਆ। ਕਹਿੰਦੇ ਇਤਨੀ ਦੁਰਲਭ ਦੇਹ ਤੈਨੂੰ ਪਰਮੇਸ਼ਰ ਨੇ ਵਿਧਾਤੇ ਨੇ ਦਿੱਤੀ। ਜਿਸ ਨੇ ਤੇਰੀ ਇਸ ਦੇਹ ਨੂੰ ਸਿਰਜਿਆ ਤੂੰ ਉਹਨੂੰ ਚੇਤੇ ਨਹੀਂ ਕੀਤਾ, ਤਾਂ ਕਹਿੰਦੇ ਫਿਟਕਾਰ ਹੈ ਤੇਰੀ ਇਹੋ ਜਿਹੀ ਲੋਣੀ ਦੇਹ ਤੇ, ਲਾਨਤ ਹੈ ਤੇਰੇ ਇਹੋ ਜਿਹੇ ਸਰੀਰ ਤੇ, ਜੇ ਤੂੰ ਰੱਬ ਦੀ ਬੰਦਗੀ ਨਹੀਂ ਕੀਤੀ। ਮਹੱਲਾ ਪੰਜਵਾ। ਘਟ ਵਸ ਹੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦੇ ਚਰਨ ਕਮਲ ਵਸਦੇ ਨੇ। ਘਟ ਵਸ ਹੈ ਚਰਨਾਰ ਬਿੰਦ, ਜਿਹਦੇ ਘਟ ਵਿੱਚ ਹਿਰਦੇ 'ਚ ਪਰਮੇਸ਼ਰ ਦੇ ਚਰਨ ਵਸਦੇ ਹੈ। ਔਰ ਜਿਹੜਾ ਆਪਣੀ ਰਸਨਾ ਤੋਂ ਵਾਹਿਗੁਰੂ 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 ਜਪਦਾ ਹੈ। ਰਸਨਾ ਜਪੈ ਗੋਪਾਲ, ਰਸਨਾ ਨਾਲ ਗੋਪਾਲ ਦਾ ਜਾਪ ਜਪਦਾ, ਪਰਮੇਸ਼ਰ ਦਾ ਭਜਨ ਕਰਦਾ ਹੈ। ਨਾਨਕ ਸੋ ਪ੍ਰਭ ਸਿਮਰਿਐ, ਤਿਸ ਦੇਹੀ ਕੋ ਪਾਲ। ਇਸ ਦੇਹੀ ਵਿੱਚ ਰਹਿ ਕੇ ਜਿਹੜਾ ਉਸ ਪਰਮੇਸ਼ਰ ਨੂੰ ਸਿਮਰਦਾ ਹੈ, ਜਿਸ ਦੇਹ ਦੇ ਵਿੱਚ ਰੱਬ ਦੇ ਚਰਨ ਵਸਦੇ ਆ, ਜਿਹੜਾ ਰਸਨਾ ਨਾਲ ਪਰਮੇਸ਼ਰ ਦਾ ਭਜਨ ਕਰਦਾ, ਕਹਿੰਦੇ ਭਾਈ ਇਹੋ ਜੀ ਦੇਹ ਦੀ ਪਾਲਣਾ ਕਰਨੀ ਚਾਹੀਏ। ਉਹ ਦੇਹ ਪਵਿੱਤਰ ਹੈ। ਇਹੋ ਜੀ ਦੇਹ ਨੂੰ ਤਾਂ ਪਾਲੋ ਭਾਈ, ਜਿਸ ਦੇਹ ਦੇ ਵਿੱਚ ਰਹਿ ਕੇ ਪਰਮੇਸ਼ਰ ਦਾ ਸਿਮਰਨ ਕਰੀਦਾ। ਲੋਕਾਂ ਨੇ ਜਿਹੜੇ ਤਪਸਵੀ ਸੀ, ਉਹਨਾਂ ਨੇ ਇਹਨਾਂ ਦੇਹਾਂ ਨੂੰ ਦੁੱਖ ਦਿੱਤਾ। ਕਦੇ ਧੂਣੀਆਂ ਤਾ ਕੇ, ਕਦੇ ਪਾਣੀ 'ਚ ਜਲ ਧਾਰਾ ਕਰਕੇ, ਕਦੇ ਭੁੱਖਿਆਂ ਰਹਿ ਕੇ। ਪਾਤਸ਼ਾਹ ਕਹਿੰਦੇ ਭਾਈ ਇਹ ਕਿੱਥੋਂ ਦੀ ਬਿਰਤੀ ਹੈ ਤੁਹਾਡੀ? ਜਿਸ ਦੇਹੀ 'ਚ ਰਹਿ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਏ, ਉਸ ਦੇਹੀ ਦੀ ਪਾਲਣਾ ਕਰੋ। ਜੇ ਸਰੀਰ ਤੁਹਾਡਾ ਨਿਰੋਆ ਰਹੇਗਾ ਤੇ ਪਰਮੇਸ਼ਰ ਦਾ ਭਜਨ ਕਰ ਸਕੋਗੇ। ਜੇ ਸਰੀਰ ਹੀ ਨਿਰੋਆ ਨਾ ਰਿਹਾ ਤਾਂ ਪਰਮੇਸ਼ਰ ਦੇ ਭਜਨ ਵਾਸਤੇ ਵੀ ਫਿਰ ਸਰੀਰ ਨੇ ਸਾਥ ਨਹੀਂ ਦੇਣਾ। ਜੇ ਰੱਬ ਦਾ ਸਿਮਰਨ ਕਰਨਾ ਫਿਰ ਇਸ ਦੇਹ ਨੂੰ ਪਾਲੋ, ਤੇ ਜੇ ਰੱਬ ਦਾ ਸਿਮਰਨ ਨਹੀਂ ਕਰਦੇ ਤੇ ਫਿਰ ਉੱਤੇ ਕਹਿ ਹੀ ਆਏ ਨੇ ਇਹੋ ਜੀ ਦੇਹ, ਕਹਿੰਦੇ ਫਿਟਕਾਰ ਲਾਨਤ ਇਹੋ ਜਿਹੇ ਸਰੀਰ ਤੇ। ਫਿਰ ਪਾਤਸ਼ਾਹ ਕਹਿੰਦੇ ਨਾਨਕੇ ਉਹ ਤਨ ਜਾਲ, ਫਿਰ ਇਹਨੂੰ ਸਾੜ ਕੇ ਸੁਆਹ ਕਰ ਦੇ, ਕੋਈ ਫਾਇਦਾ ਨਹੀਂ ਇਹਦਾ। ਪਰ ਹਾਂ ਜਿਸ ਦੇਹ 'ਚ ਰਹਿ ਕੇ ਪਰਮੇਸ਼ਰ ਦਾ ਭਜਨ ਕਰਨਾ, ਅਕਾਲ ਪੁਰਖ ਨੂੰ ਸਿਮਰਨਾ, ਤੇ ਫਿਰ ਇਸ ਦੇਹੀ ਦੀ ਪਾਲਣਾ ਕਰ।
ਤਦੇ ਭਗਤਾਂ ਨੇ ਵੀ ਕਹਿ ਦਿੱਤਾ, ਮਹਾਰਾਜ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਮਹਾਰਾਜ ਭੁੱਖਿਆਂ ਨਹੀਂ ਪਰ ਰੱਬ ਰੱਬ ਹੁੰਦਾ, ਲੋ ਮਾਲਾ ਫੜੋ ਆਪਣੀ। ਲੰਗਰ ਪ੍ਰਸ਼ਾਦਾ ਤਾਂ ਚਾਹੀਦਾ ਨਾ ਸਦੇਈ ਨੂੰ, 3.5 ਮਣ ਦੇਹੋਰੀ ਚੱਲੇ ਪਾਣੀ ਅੰਨ। ਇਸ ਕਰਕੇ ਕਹਿੰਦੇ ਭਾਈ ਇਸ ਦੇਹੀ ਨੂੰ ਪਾਲੋ, ਫਿਰ ਇਹਦੀ ਪਰਵਰਿਸ਼ ਕਰੋ। ਜਿਹੜੀ ਦੇਹੀ 'ਚ ਰਹਿ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਯਤਨ ਕਰੋ ਕਿ ਇਸ ਸਰੀਰ ਦੇ ਵਿੱਚ ਇਹੋ ਜਿਹਾ ਕੋਈ ਗੰਦ ਮੰਦ ਨਾ ਜਾਵੇ ਜਿਹਦੇ ਬਾਰੇ ਸਤਿਗੁਰੂ ਜੀ ਨੇ ਵਰਜਿਆ, ਰੋਕਿਆ। ਜਗਤ ਝੂਠ ਦੀ ਵਰਤੋਂ ਨਹੀਂ ਕਰਨੀ, ਕੁੱਠਾ ਨਹੀਂ ਖਾਣਾ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਬਦ ਫੈਲੀਆਂ ਜਿਹੜੀਆਂ ਮਨੁੱਖ ਨੇ ਆਪਣੇ ਸਰੀਰਾਂ ਨਾਲ ਪਾਲੀਆਂ ਹੋਈਆਂ। ਕੋਈ ਸ਼ਰਾਬ ਪੀਂਦਾ, ਕੋਈ ਕੁਝ ਕਰਦਾ, ਕੋਈ ਕੁਝ ਕਰਦਾ। ਕਹਿੰਦੇ ਜਿਸ ਦੇਹੀ 'ਚ ਪਰਮੇਸ਼ਰ ਦਾ ਸਿਮਰਨ ਕਰੀਦਾ ਉਸ ਦੇਹੀ ਨੂੰ ਪਾਲੋ, ਹਰੀ ਮੰਦਰ ਜਾਣ ਕੇ। ਉਹਦੇ 'ਚ ਗੰਦਗੀ ਨਾ ਆਉਣ ਦਿਓ। ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਸ ਦੇਹੀ ਦੀ ਪਾਲਣਾ, ਤਿਸ ਦੇਹੀ ਦੀ ਪਾਲਣਾ ਕਰੋ ਜਿਸ ਦੇਹੀ ਵਿੱਚ ਰਹਿ ਕੇ ਪਰਮੇਸ਼ਰ ਦਾ ਸਿਮਰਨ ਕਰੀਦਾ, ਅਕਾਲ ਪੁਰਖ ਦਾ ਭਜਨ ਕਰੀਦਾ ਹੈ। ਪੌੜੀ ਆਪੇ 68 ਤੀਰਥ ਕਰਤਾ, ਆਪ ਕਰੇ ਇਸ਼ਨਾਨ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਨੇ। ਸਾਹਿਬ ਕਹਿੰਦੇ ਵਾਹਿਗੁਰੂ ਆਪ ਹੀ 68 ਤੀਰਥਾਂ ਦਾ ਕਰਤਾ ਹੈ। ਜਿਹੜੇ 68 ਤੀਰਥ ਨੇ, 68 ਤੀਰਥ ਇਹ ਪਰਮੇਸ਼ਰ ਨੇ ਬਣਾਏ ਆ ਸਾਰੇ, ਅਕਾਲ ਪੁਰਖ ਦੀ ਰਚਨਾ। ਜੋ ਕੁਝ ਵੀ ਬਣਿਆ ਪਰਮੇਸ਼ਰ ਦਾ ਬਣਾਇਆ ਬਣਿਆ। ਆਪ ਹੀ ਉਹਨੇ 68 ਤੀਰਥ ਬਣਾਏ ਹੋਏ ਨੇ ਤੇ ਉਹ ਕਰਤਾ ਆਪ ਕਰੇ ਇਸ਼ਨਾਨ। ਉਹ ਆਪ ਹੀ ਉਹਨਾਂ 68 ਤੀਰਥਾਂ 'ਚ ਇਸ਼ਨਾਨ ਵੀ ਕਰਦਾ। ਜਿਹੜੇ ਇਸ਼ਨਾਨ ਕਰਨ ਵਾਲੇ ਨੇ ਉਹਨਾਂ 'ਚ ਰੱਬ ਨਹੀਂ, ਉਹਨਾਂ ਵਿੱਚ ਵੀ ਤਾਂ ਰੱਬ ਹੈ ਨਾ, ਤੇ ਫਿਰ ਆਪ ਹੀ ਇਸ਼ਨਾਨ ਕਰਦਾ। ਇਹਨੂੰ ਕਹਿੰਦੇ ਆ ਬ੍ਰਹਮ ਦ੍ਰਿਸ਼ਟੀ। ਜਦੋਂ ਬ੍ਰਹਮ ਦ੍ਰਿਸ਼ਟੀ ਨਾਲ ਵੇਖਾਂਗੇ ਫਿਰ ਸਭ ਪਾਸੇ ਬ੍ਰਹਮ ਹੀ ਬ੍ਰਹਮ ਦਿਸੇਗਾ। ਫਿਰ 68 ਤੀਰਥਾਂ ਵਿੱਚ ਵੀ ਉਹ ਵਸਦਾ ਦਿਸਦਾ, ਉੱਥੇ ਇਸ਼ਨਾਨ ਕਰਨ ਵਾਲਾ ਇਸ਼ਨਾਨੀ ਵੀ ਉਹੀ ਦਿਸਦਾ, ਉਹੀ, ਉਸ ਤੋਂ ਬਿਨਾਂ ਕੋਈ ਦੂਜਾ ਨਹੀਂ। ਆਪ ਹੀ ਪਾਰ ਬ੍ਰਹਮ ਪਰਮੇਸ਼ਰ 68 ਤੀਰਥਾਂ ਦਾ ਕਰਤਾ ਹੈ ਔਰ ਆਪ ਹੀ ਫਿਰ ਉਹਨਾਂ 'ਚ ਇਸ਼ਨਾਨੀ ਬਣ ਕੇ ਇਸ਼ਨਾਨ ਕਰਨ ਵਾਲਾ ਹੈ। ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਏ ਨਾਮ। ਵਾਹਿਗੁਰੂ ਆਪ ਹੀ ਸੰਜਮ ਕਰਕੇ ਮਰਿਆਦਾ ਦੇ ਵਿੱਚ ਵਰਤਦਾ ਹੈ। ਸੰਜਮ, ਸੰਜਮ ਦਾ ਮਤਲਬ ਹੁੰਦਾ ਮਰਿਆਦਾ। ਜਿਹੜੇ ਮਰਿਆਦਾ ਰੱਖਦੇ ਆ, ਮਰਿਆਦਾ ਵਿੱਚ ਰਹਿੰਦੇ ਆ, ਸੰਜਮ 'ਚ ਰਹਿੰਦੇ ਆ। ਜਿਨ੍ਹਾਂ ਨੇ ਬੋਲਣ ਦਾ ਸੰਜਮ ਰੱਖਿਆ, ਸੁਣਨ ਦਾ ਸੰਜਮ ਰੱਖਿਆ, ਵੇਖਣ ਦਾ ਸੰਜਮ ਰੱਖਿਆ, ਖਾਣ ਦਾ ਸੰਜਮ ਰੱਖਿਆ, ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਇਹਦਾ ਸੰਜਮ ਰੱਖਿਆ, ਇਹ ਸਾਰਾ ਸੰਜਮ ਹੈ ਨਾ, ਇਹਨੂੰ ਮਰਿਆਦਾ ਕਹਿੰਦੇ ਆ। ਉਹ ਜਿਹੜਾ ਸੰਜਮ ਰੱਖਣ ਵਾਲੇ, ਮਰਿਆਦਾ ਪਾਲਣ ਵਾਲੇ ਨੇ, ਉਹ ਵੀ ਤਾਂ ਉਹ ਆਪ ਹੀ ਹੈ। ਉਹਨਾਂ ਵਿੱਚ ਵੀ ਤਾਂ ਉਸੇ ਦੀ ਚੇਤਨਾ। ਤੇ ਜਿਹੜੇ ਨਾਮ ਜਪ ਰਹੇ ਨੇ, ਉਹਨਾਂ ਨਾਮ ਜਪਣ ਵਾਲਿਆਂ ਨੂੰ ਨਾਮ ਜਪਾਉਣ ਵਾਲਾ ਵੀ ਆਪ ਹੈ। ਆਪ ਜਪਾਹੇ ਨਾਮ, ਆਪ ਹੀ ਉਹ ਆਪਣਾ ਨਾਮ ਜਪਾਉਂਦਾ। ਜਾਂ ਏਦਾਂ ਕਹਿ ਲਈਏ, ਜਪਣ ਵਾਲਾ ਹੋ ਕੇ ਆਪਣੇ ਆਪ ਨੂੰ ਖੁਦ ਜਪਦਾ ਹੈ। ਜਪਣ ਵਾਲਾ ਹੋ ਕੇ ਆਪਣੇ ਆਪ ਨੂੰ ਜਪਦਾ ਵੀ ਆਪ ਹੈ, ਜਪਾਉਂਦਾ ਵੀ ਆਪ ਹੈ। ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਹਾਂਜੀ। ਆਪ ਦਇਆਲ ਹੋਏ ਭਉ ਖੰਡਨ, ਆਪ ਕਰੈ ਸਭ ਦਾਨ। ਆਪ ਹੀ ਵਾਹਿਗੁਰੂ ਦਿਆਲ ਹੈ ਔਰ ਸੰਸਾਰ ਦੇ ਸਮਸਤ ਜੀਵਾਂ ਦੇ ਡਰਾਂ ਨੂੰ ਖੰਡਣ ਵਾਲਾ ਹੈ। ਆਪ ਦਇਆਲ ਹੋਏ ਭਉ ਖੰਡਨ, ਆਪ ਹੀ ਦਿਆਲ ਹੋ ਕੇ ਸੰਸਾਰ ਦੇ ਸਮਸਤ ਜੀਵਾਂ ਦੇ ਡਰਾਂ ਨੂੰ ਖੰਡਦਾ ਹੈ। ਆਪ ਕਰੈ ਸਭ ਦਾਨ,
ਆਪ ਹੀ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨੀ ਬਣ ਕੇ ਦਾਨ ਕਰਦਾ ਹੈ। ਡਰ ਵੀ ਆਪ ਦੂਰ ਕਰਦਾ ਹੈ, ਡਰ ਪਾਉਂਦਾ ਵੀ ਆਪ ਹੈ ਤੇ ਡਰ ਦੂਰ ਵੀ ਆਪ ਹੀ ਕਰਦਾ ਹੈ। ਆਪ ਹੀ ਵਾਹਿਗੁਰੂ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨੀ ਬਣ ਕੇ ਦਾਨ ਕਰਦਾ ਹੈ। ਸਾਰੇ ਸੰਸਾਰ ਦਾ ਦਾਤਾ ਵੀ ਆਪ ਹੈ। ਜਿਸਨੋ ਗੁਰਮੁਖ ਆਪ 부ਝਾਏ, ਸੋ ਸਾਧੇ ਦਰਗਹਿ ਪਾਏ ਮਾਨ। ਜਿਨ੍ਹਾਂ ਨੂੰ ਗੁਰੂ ਆਪਣੇ ਮੁਖ ਦੁਆਰਾ ਆਪ ਇਹ ਗੱਲ ਬੁਝਾ ਦਿੰਦਾ ਹੈ, ਜਣਾ ਦਿੰਦਾ ਹੈ। ਬੁਝਾਏ ਦਾ ਅਰਥ ਹੋਵੇਗਾ ਜਣਾਉਣਾ। ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਮੁਖ ਦੁਆਰਾ ਉਪਦੇਸ਼ ਦੇ ਕੇ ਆਪ ਇਹ ਗੱਲ ਬੁਝਾ ਦਿੰਦੇ ਨੇ, ਉਹੀ ਸਦਾ ਵਾਸਤੇ ਨਿਰੰਕਾਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹੈ। ਸੋ ਸਾਧਹੀ ਦਰਗਹਿ ਪਾਏ ਮਾਨ। ਉਹ ਫਿਰ ਸਦਾ ਵਾਸਤੇ ਨਿਰੰਕਾਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ। ਜਿਸ ਦੇ ਪੈਜ ਰੱਖੈ ਹਰ ਸੁਆਮੀ, ਸੋ ਸੱਚਾ ਹਰ ਜਾਨ। ਜਿਹਦੀ ਪੈਜ ਉਹ ਸੁਆਮੀ ਆਪ ਕਿਰਪਾ ਕਰਕੇ ਰੱਖਦਾ ਹੈ, ਉਹੀ ਸੱਚਾ ਹੈ। ਉਹ ਸੱਚਾ ਹੈ, ਉਹ ਵਾਹਿਗੁਰੂ ਆਪਣੇ ਪਿਆਰਿਆਂ ਦੀ ਪੈਜ ਰੱਖਦਾ, ਤੇ ਜਿਨ੍ਹਾਂ ਦੀ ਪੈਜ ਰੱਖਦਾ ਉਹ ਜਾਣ ਲੈਂਦੇ ਨੇ ਕਿ ਰੱਬ ਹੀ ਸੱਚਾ ਹੈ, ਅਕਾਲ ਪੁਰਖ ਹੀ ਸੱਚਾ ਹੈ, ਉਹਦੇ ਤੋਂ ਬਿਨਾਂ ਬਾਕੀ ਸਭ ਕੂੜ ਹੈ, ਝੂਠ ਹੈ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਸੱਚ ਸਰੂਪ ਹੈ।